ਸਤਿ ਸ਼੍ਰੀ ਅਕਾਲ ਜੀ ਟੂ ਦ ਗੈਟ ਪੰਜਾਬੀ ਆਡੀਅנס ਫਰੋਮ ਪਰਤਿੰਦਰਜੀਤ ਹੋਰਾ ਐਂਡ ਸਾਡੀ ਲਾਅ ਫਰਮ ਦੇ ਤਰਫੋਂ। ਤੁਸੀਂ ਅਗਰ ਪਿਛਲਾ ਐਪੀਸੋਡ ਵਾਚ ਕੀਤਾ ਹੈ ਔਰ ਪਿਛਲੇ 2 ਐਪੀਸੋਡ ਵਾਚ ਕੀਤਾ, ਅਸੀਂ ਤੁਹਾਡੇ ਵਾਸਤੇ ਗੁੱਡ ਨਿਊਜ਼ ਲੈ ਕੇ ਆਏ ਹਾਂ ਕਿ ਸ਼ਨਾਈਡਰ ਲਾਅ ਗਰੁੱਪ ਨੇ ਡਿਸਾਈਡ ਕੀਤਾ ਹੈ ਤੁਹਾਡੀ ਸਾਰੇ ਫੋਨ ਕਾਲਸ ਦੇ ਬਾਅਦ, ਤੁਹਾਡੀ ਰਿਕੁਐਸਟਾਂ ਦੇ ਬਾਅਦ ਕਿ ਤੁਸੀਂ ਚਾਹੁੰਦੇ ਸੀ ਕਿ ਸਾਡਾ ਕੋਈ ਕੁਈਨਸ ਦੇ ਵਿੱਚ ਆਫਿਸ ਹੋਵੇ ਬਿਕੋਜ਼ ਤੁਹਾਨੂੰ ਮਨਹੈਟਨ ਵਿੱਚ ਥੋੜ੍ਹੀ ਦਿੱਕਤ ਹੁੰਦੀ ਹੈ ਜਾਂ ਤੁਹਾਨੂੰ ਛੁੱਟੀ ਲੈ ਕੇ ਆਉਣਾ ਮੁਸ਼ਕਿਲ ਹੁੰਦਾ ਹੈ ਜਾਂ ਤੇ ਔਰਤਾਂ ਵਾਸਤੇ ਬੱਚਿਆਂ ਨੂੰ ਡੇ ਕੇਅਰ ਵਿੱਚ ਛੱਡਣਾ ਮੁਸ਼ਕਿਲ ਹੈ। ਸੋ ਬੇਸਿਕਲੀ ਅਸੀਂ ਤੁਹਾਡੀ ਰਿਕੁਐਸਟ ਦਾ ਰਿਸਪੈਕਟ ਕੀਤੀ ਹੈ ਔਰ ਅਸੀਂ ਤੁਹਾਡੇ ਵਾਸਤੇ ਕੁਈਨਸ ਦੇ ਵਿੱਚ ਲੋਕੇਸ਼ਨ ਖੋਲ੍ਹ ਰਹੇ ਹਾਂ। और क्वींस का साड़ा लोकेशन है 118-01 अटलांटिक एवेन्यू रिचमंड हिल। और की कहते हैं मेन गुरुद्वारे 118 स्ट्रीट वाले गुरुद्वारे तो सिर्फ 1.5 ब्लॉक का रास्ता है। और असी उत्थे नॉट ओनली तुहाडे वास्ते क्वींस विच ऑफिस खोल रहे हैं पर तुहाडी कन्वीनियंस वास्ते असी संडे तुहाडे कोल पहुंचांगे क्योंकि सानू पता है कि संडे काफ़ी सारे लोग छुट्टी लैंदे ने, गुरुद्वारे जांदे ने और आराम नाल उठ के ਉਹ ਆਪਣੇ ਪਰਸਨਲ ਮੈਟਰਸ ਨੂੰ ਟੇਕ ਕੇਅਰ ਕਰ ਸਕਦੇ ਨੇ। ਇਸ ਕਰਕੇ ਅਸੀਂ ਤੁਹਾਡੇ ਨੇਬਰਹੁੱਡ ਵਿੱਚ 12 ਤੋਂ ਲੈ ਕੇ 5 ਵਜੇ ਤੱਕ ਆਫਿਸ ਆਵਰਸ ਖੋਲਾਂਗੇ ਸੰਡੇ ਨੂੰ। ਅਗਰ ਤੁਸੀਂ ਸਾਡੇ ਕਲਾਇੰਟ ਹੋ ਔਰ ਤੁਹਾਨੂੰ ਕੋਈ ਪੇਪਰ ਡ੍ਰੌਪ ਕਰਨਾ ਹੈ ਜਾਂ ਤੁਹਾਡੇ ਕੋਲ ਹੋਰ ਕੋਈ ਸਮੱਸਿਆ ਹੈ, ਤੁਸੀਂ ਸਾਨੂੰ ਉੱਥੇ ਆ ਕੇ ਮਿਲ ਸਕਦੇ ਹੋ। ਔਰ ਬੁੱਧਵਾਰ ਨੂੰ 9:30 ਤੋਂ ਲੈ ਕੇ 2:30 ਵਜੇ ਤੱਕ ਅਸੀਂ ਤੁਹਾਡੇ ਕੋਲ ਉੱਥੇ ਹੀ ਹੋਵਾਂਗੇ। ਤੁਸੀਂ ਸਾਡੇ ਇਹ 2 ਨੰਬਰਾਂ 'ਤੇ ਕਾਲ ਕਰ ਸਕਦੇ ਹੋ 888-824-7227 और 9177280049 ਤੇ ਔਰ ਤੁਸੀਂ ਅਪਾਇੰਟਮੈਂਟ ਬਣਾ ਕੇ ਸਾਨੂੰ ਮਿਲ ਸਕਦੇ ਹੋ। ਅਸੀਂ ਫਿਰ ਤੋਂ ਸੈਮੀਨਾਰਸ ਚਾਲੂ ਕੀਤੇ ਨੇ। ਅਸੀਂ ਹਰ ਹਫਤੇ ਕੋਈ ਨਾ ਕੋਈ ਗੁਰਦੁਆਰੇ 'ਤੇ ਆਪਣਾ ਟੇਬਲ ਸੈਟਅਪ ਕਰਾਂਗੇ। ਅਸੀਂ ਬੇਸਿਕ ਸੈਮੀਨਾਰ ਹੈ ਜਿੱਥੇ ਤੁਸੀਂ ਲੀਗਲ ਇਨਫੋਰਮੇਸ਼ਨ ਵਾਸਤੇ ਸਾਡੇ ਤੋਂ ਕੁਐਸਚਨਸ ਪੁੱਛ ਸਕਦੇ ਹੋ, ਸਾਡੇ ਨਾਲ ਅਪਾਇੰਟਮੈਂਟ ਬਣਾ ਸਕਦੇ ਹੋ, ਸਾਨੂੰ ਹਲੋ ਆ ਕੇ ਬੋਲ ਸਕਦੇ ਹੋ। ਔਰ ਅਸੀਂ ਤੁਹਾਡੇ ਮੇਨ ਗੁਰਦੁਆਰੇ ਤੋਂ ਅਸੀਂ ਚਾਲੂ ਕਰ ਰਹੇ ਹਾਂ ਜਿਹੜੇ 118 ਵਾਲੇ ਹੈ, 114 ਵਿੱਚ ਜਾਵਾਂਗੇ ਔਰ ਸਾਰੇ ਆਸ-ਪਾਸ ਦੇ ਗੁਰਦੁਆਰੇ, ਕੁਈਨਸ ਵਿਲੇਜ ਵਾਲਾ ਗੁਰਦੁਆਰਾ ਔਰ ਇਵੈਂਚੁਅਲੀ ਅਸੀਂ ਲੌਂਗ ਆਇਲੈਂਡ ਦੇ ਗੁਰਦੁਆਰੇ ਵਿੱਚ ਵੀ ਟੇਬਲ ਪਾਵਾਂਗੇ। ਔਰ ਐਜ਼ ਯੂਜੂਅਲ ਅਗਰ ਤੁਹਾਨੂੰ ਕੋਈ ਟੌਪਿਕ ਦੇ ਵਿੱਚ ਇੰਟਰਸਟ ਹੈ ਜਾਂ ਕੋਈ ਟੌਪਿਕ ਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਪਲੀਜ਼ ਸਾਨੂੰ ਕਾਲ ਕਰੋ ਜਾਂ ਗੈਟ ਪੰਜਾਬੀ ਵਾਲਿਆਂ ਨੂੰ ਕਾਲ ਕਰੋ ਜਾਂ ਤੇ ਸਾਡੀ ਵੈਬਸਾਈਟ 'ਤੇ ਤੁਸੀਂ ਆਪਣਾ ਈਮੇਲ ਸਾਨੂੰ ਛੱਡ ਸਕਦੇ ਹੋ। ਸਾਡੀ ਵੈਬਸਾਈਟ ਹੈ hora.wzslaw.com ਔਰ ਇਸ ਵੈਬਸਾਈਟ 'ਤੇ ਤੁਸੀਂ ਸਾਡੇ ਬਾਰੇ ਹੋਰ ਇਨਫੋਰਮੇਸ਼ਨ ਪਾ ਸਕਦੇ ਹੋ, ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ, ਸਾਨੂੰ ਸਾਡੇ ਆਰਟੀਕਲਸ ਪੜ੍ਹ ਸਕਦੇ ਹੋ। ਸਾਡੇ ਆਰਟੀਕਲਸ ਬਾਏ ਦ ਵੇ ਸ਼ੇਰੇ ਪੰਜਾਬ ਵਿੱਚ ਨਿਕਲਦੇ ਨੇ, ਸ਼ਾਨੇ ਪੰਜਾਬ ਵਿੱਚ, ਅਜੀਤ ਵਿੱਚ, ਦੇਸੀ ਟਾਕ ਦੇ ਵਿੱਚ। ਅਸੀਂ ਸੈਮੀਨਾਰਸ ਵੀ ਕਰਨੇ ਹਾਂ ਔਰ ਅਸੀਂ ਗੈਟ ਪੰਜਾਬੀ 'ਤੇ ਵੀ ਹਾਂ ਔਰ ਅਸੀਂ 1-2 ਚੈਨਲਸ ਔਰ ਇਸ ਦੇ ਬਾਅਦ ਵੀ ਹੋਪਫੁਲੀ ਲਾਂਚ ਕਰਦੇ ਪਏ ਹਾਂ। ਸੋ ਐਜ਼ ਯੂਜੂਅਲ ਸ਼ਨਾਈਡਰ ਲਾਅ ਗਰੁੱਪ ਹੈ ਤੁਹਾਡਾ ਇੱਕ ਵਨ ਸਟਾਪ ਸ਼ਾਪ ਜਿਸ ਨੂੰ ਕਹਿ ਸਕਦੇ ਹੋ, ਜਿੱਥੇ ਤੁਹਾਡੀ ਸਾਰੀ ਲੀਗਲ ਸਮੱਸਿਆ ਦਾ ਹੱਲ ਮਿਲ ਸਕਦਾ ਹੈ। ਅਸੀਂ 7 ਅਟਰਨੀਸ ਹਾਂ ਜਿਨ੍ਹਾਂ ਦੇ ਵਿੱਚ ਹਰ ਕਿਸਮ ਦੀ ਸਪੈਸ਼ਲਟੀ ਅਸੀਂ ਕਰ ਸਕਦੇ ਹਾਂ ਔਰ ਅਸੀਂ ਐਜ਼ ਅ ਟੀਮ ਤੁਹਾਨੂੰ ਕੰਪਲੀਟ ਆਨਸਰ ਆਫਰ ਕਰ ਸਕਦੇ ਹਾਂ। ਸੋ ਅਸੀਂ ਪਿਛਲੇ ਐਪੀਸੋਡ ਵਿੱਚ ਥੋੜ੍ਹਾ ਜਿਹਾ ਅਸਾਈਲਮ ਦੱਸਿਆ ਸੀ, ਕੌਣ ਅਸਾਈਲਮ ਵਾਸਤੇ ਅਪਲਾਈ ਕਰ ਸਕਦਾ ਹੈ। ਅਸੀਂ ਤੁਹਾਨੂੰ ਕਿਹਾ ਜਿਹੜੇ ਅਗਰ ਤੁਸੀਂ ਇੱਥੇ ਆਏ ਹੋ, ਤੁਸੀਂ ਤੁਹਾਨੂੰ ਸਾਲ ਤੋਂ ਘੱਟ ਹੋਇਆ ਹੈ ਔਰ ਤੁਸੀਂ ਇੰਡੀਆ ਜਾਂ ਆਪਣਾ ਮੁਲਕ ਤਾਂ ਕਰਕੇ ਛੱਡਿਆ ਹੈ ਕਿਉਂਕਿ ਤੁਹਾਨੂੰ ਉੱਥੇ ਵਾਪਸ ਜਾਣ ਵਿੱਚ ਡਰ ਹੈ ਕਿਉਂਕਿ ਤੁਸੀਂ ਕੋਈ ਪੋਲੀਟੀਕਲ ਪਾਰਟੀ ਦੇ ਵਿੱਚ ਹੋ ਜਾਂ ਤੇ ਤੁਸੀਂ ਕੋਈ ਅਫਗਾਨੀ ਸਰਦਾਰ ਹੋ ਜਿਹੜਾ ਸਰਦਾਰ ਅਫਗਾਨਿਸਤਾਨ ਵਿੱਚ ਰਹਿੰਦਾ ਸੀ, ਜਿੱਥੇ ਹਾਲਾਤ ਇੰਨੇ ਬੁਰੇ ਹੋ ਗਏ ਨੇ ਸਰਦਾਰਾਂ ਵਾਸਤੇ ਕਿ ਉਹਨਾਂ ਨੂੰ ਅਫਗਾਨਿਸਤਾਨ ਛੱਡ ਕੇ ਆਉਣਾ ਪਿਆ ਹੈ। ਸਾਡੀ ਆਫਿਸ ਦੇ ਕੋਲ ਬੜੀ ਰਿਸਰਚ ਹੈ। ਅਗਰ ਤੁਸੀਂ ਮਾਨ ਸਿੰਘ ਦੀ ਪਾਰਟੀ ਦੇ ਵਿੱਚ ਸੀ ਜਾਂ ਖਾਲਿਸਤਾਨ ਕਰਕੇ ਤੁਸੀਂ ਇੱਥੇ ਆਏ ਹੋ, ਸਾਡੇ ਕੋਲ ਰਿਸਰਚ ਹੈ ਜਿਸ ਦੇ ਨਾਲ ਅਸੀਂ ਤੁਹਾਡਾ ਪੈਕੇਜ ਇੱਕ ਠੀਕ ਤਰੀਕੇ ਨਾਲ ਪ੍ਰੈਜ਼ੈਂਟ ਕਰ ਸਕਦੇ ਹਾਂ ਗਵਰਨਮੈਂਟ ਨੂੰ, ਜਿਸ ਦੇ ਨਾਲ ਤੁਹਾਨੂੰ ਹੋਪਫੁਲੀ ਗ੍ਰੀਨ ਕਾਰਡ ਜਾਂ ਐਡਜਸਟਮੈਂਟ ਕਰਨ ਦਾ ਮੌਕਾ ਮਿਲ ਸਕਦਾ ਹੈ। ਅਗਰ ਤੁਹਾਡਾ ਇੱਥੇ 1 ਸਾਲ ਤੋਂ ਉੱਤੇ ਆ ਗਏ ਹੋ ਔਰ ਤੁਹਾਨੂੰ ਪਤਾ ਹੀ ਨਹੀਂ ਚੱਲਿਆ ਕਿ ਤੁਹਾਡੇ ਕੋਲ ਅਸਾਈਲਮ ਵਰਗੀ ਇੱਕ ਸੋਲੂਸ਼ਨ ਸੀ, ਤੁਸੀਂ ਸਾਨੂੰ ਆ ਕੇ ਮਿਲੋ, ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਅਸੀਂ ਉਸਦਾ ਵੀ ਹੱਲ ਕੱਢ ਸਕਦੇ ਹਾਂ। ਹੁਣ ਇੱਕ ਦੂਜੀ ਕਿਸਮ ਦੀ ਪ੍ਰੋਬਲਮ ਜਿਹੜੀ ਨਈ ਪ੍ਰੋਬਲਮ ਨਹੀਂ ਹੈ, ਚਲਦੀ ਪਈ ਹੈ। ਅਗਰ ਤੁਸੀਂ US ਦੇ ਵਿੱਚ ਰਹਿੰਦੇ ਹੋ ਔਰ ਤੁਸੀਂ US ਸਿਟੀਜ਼ਨ ਨਹੀਂ ਹੋ, ਅਗਰ ਤੁਸੀਂ ਗ੍ਰੀਨ ਕਾਰਡ ਹੋਲਡਰ ਵੀ ਹੋ ਔਰ ਤੁਹਾਡੇ ਹੱਥੋਂ ਕੋਈ ਗਲਤ ਕੰਮ ਹੋ ਗਿਆ, ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਸੀ ਜਾਂ ਤੁਹਾਡੇ ਤੋਂ ਹਾਥਾਪਾਈ ਹੋ ਗਈ ਹੈ ਜਾਂ ਤੁਸੀਂ ਕੀ ਕਹਿੰਦੇ ਨੇ ਕਿਸੇ ਗਲਤ ਕੰਮ ਵਿੱਚ ਫੜੇ ਗਏ ਹੋ, ਕੋਈ ਵੀ ਗਲਤ ਕੰਮ, ਪ੍ਰੋਸਟੀਟਿਊਸ਼ਨ ਹੋ ਗਈ ਆਪਣਾ, ਤੁਸੀਂ ਚੋਰੀ ਵਿੱਚ ਜਾਂ ਤੁਸੀਂ ਕਿਸੇ ਦੇ ਗਲਤ ਸਿਗਨੇਚਰ ਕਰ ਦਿੱਤਾ ਜਾਂ ਤੁਸੀਂ ਟੈਕਸੀ ਜਾਂ ਆਪਣੇ ਗੱਡੀ ਸ਼ਰਾਬ ਪੀ ਕੇ ਚਲਾਈ, ਹਰ ਕਿਸਮ ਦੀ ਕ੍ਰਿਮੀਨਲ ਪ੍ਰੋਬਲਮ ਤੁਸੀਂ ਕਹਿ ਸਕਦੇ ਹੋ।
ਅਗਰ ਤੁਸੀਂ ਇਹ ਪ੍ਰੋਬਲਮ ਆਪਣੀ ਕ੍ਰਾਈਮ ਕਰਨ ਵੇਲੇ ਤੁਸੀਂ ਫੜੇ ਗਏ ਹੋ ਔਰ ਤੁਸੀਂ US ਸਿਟੀਜ਼ਨ ਨਹੀਂ ਹੋ, ਇਸ ਦਾ ਬਹੁਤ ਬਹੁਤ ਸੀਰੀਅਸ ਕੀ ਕਹਿੰਦੇ ਨੇ ਨਤੀਜਾ ਨਿਕਲ ਸਕਦਾ ਹੈ। US ਦੇ ਵਿੱਚ ਇੱਕ ਕਾਨੂੰਨ ਹੈ ਜਿਸ ਦੇ ਵਿੱਚ ਕਲੀਅਰਲੀ ਲਿਖਿਆ ਗਿਆ ਹੈ ਕਿ ਅਗਰ ਤੁਸੀਂ US ਸਿਟੀਜ਼ਨ ਨਹੀਂ ਹੋ ਔਰ ਤੁਸੀਂ ਕੁਝ ਗਲਤ ਕੰਮ ਕੀਤਾ ਹੈ, ਤੁਹਾਨੂੰ ਡੀਪੋਰਟੇਸ਼ਨ ਦੀ ਸਜ਼ਾ ਮਿਲ ਸਕਦੀ ਹੈ। ਤੁਹਾਡੀ ਜਿਹੜੀ ਸਜ਼ਾ ਹੈ ਉਹ ਇੱਕ ਸਿਟੀਜ਼ਨ ਤੋਂ ਕਈ ਗੁਣਾ ਵੱਧ ਕੇ ਹੋਏਗੀ, ਕਿਉਂਕਿ ਕਹਿੰਦੇ ਨੇ ਜਦ ਤੁਸੀਂ ਇੱਥੇ ਦੇ ਰਹਿਣ ਵਾਲੇ ਨਹੀਂ ਹੋ, ਤੁਸੀਂ ਇੱਥੇ ਆ ਕੇ ਇੱਥੇ ਦਾ ਕਾਨੂੰਨ ਕਿਸ ਤਰ੍ਹਾਂ ਤੋੜਿਆ, ਔਰ ਉਸ ਕਾਨੂੰਨ ਦੇ ਤੋੜਨ ਦਾ ਤੁਹਾਨੂੰ ਬਹੁਤ ਸੀਰੀਅਸ ਆਨਸਰ ਦੇਣਾ ਪੈਣਾ। ਸੋ ਅਗਰ ਤੁਸੀਂ ਐਵਰੇਜ ਇਨਸਾਨ ਹੋ ਜਿਸ ਦੇ ਹੱਥੋਂ ਕੋਈ ਕੰਮ ਹੋ ਗਿਆ ਔਰ ਤੁਸੀਂ ਸਿਟੀਜ਼ਨ ਨਹੀਂ ਹੋ, ਬਹੁਤ ਜ਼ਰੂਰੀ ਹੈ ਕਿ ਤੁਸੀਂ ਉਸੇ ਵਕਤ ਕਿਸੇ ਕ੍ਰਿਮੀਨਲ ਲਾਇਰ ਨੂੰ, ਸਾਡੇ ਵਰਗੇ ਲਾਇਰਸ ਨੂੰ ਕਾਲ ਕਰੋ ਔਰ ਅਸੀਂ ਤੁਹਾਡਾ ਕ੍ਰਿਮੀਨਲ ਮੈਟਰ ਇਸ ਤਰ੍ਹਾਂ ਸੋਲਵ ਕਰ ਸਕਦੇ ਹਾਂ, ਔਰ ਅਸੀਂ ਕਰ ਚੁੱਕੇ ਹਾਂ ਕਾਫੀ ਬੰਦਿਆਂ ਵਾਸਤੇ ਬਾਏ ਦ ਵੇ, ਜਿਸ ਦੇ ਵਿੱਚ ਅਸੀਂ ਤੁਹਾਡੇ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਆਂਚ ਨਹੀਂ ਆਉਣ ਦੇਣੇ ਆ। ਅਸੀਂ ਤੁਹਾਡੀ ਕ੍ਰਾਈਮ ਨੂੰ, ਤੁਹਾਡੇ ਜਿਹੜਾ ਜਿਸ ਚੀਜ਼ ਦੇ ਨਾਲ ਤੁਹਾਨੂੰ ਚਾਰਜ ਕੀਤਾ ਗਿਆ, ਫੈਲਨੀ ਹੋ ਗਿਆ ਜਾਂ ਕ੍ਰਾਈਮ ਆਫ ਮੋਰਲ ਟਰਪੀਟਿਊਡ ਨੂੰ, ਅਸੀਂ ਨੈਗੋਸ਼ੀਏਸ਼ਨਸ ਔਰ ਟਰਾਇਲ ਦੇ ਥਰੂ ਉਸ ਕ੍ਰਾਈਮ ਨੂੰ ਉਸ ਲੈਵਲ ਤੱਕ ਲੈ ਕੇ ਆ ਸਕਦੇ ਹਾਂ ਜਿਸ ਦੇ ਨਾਲ ਤੁਹਾਡੇ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਕੋਈ ਇੰਪੈਕਟ ਨਹੀਂ ਹੋਏਗਾ, ਕੋਈ ਅਸਰ ਨਹੀਂ ਪਏਗਾ। ਤੋ ਅਗਰ ਤੁਸੀਂ ਕ੍ਰਿਮੀਨਲ ਲਾਅ ਦੇ ਨਾਲ ਤੁਹਾਡਾ ਕੋਈ ਵੀ ਪ੍ਰੋਬਲਮ ਹੈ ਔਰ ਤੁਸੀਂ ਸਿਟੀਜ਼ਨ ਨਹੀਂ ਹੋ, ਪਲੀਜ਼ ਕਾਲ ਅਸ। ਔਰ ਅਗਰ ਤੁਹਾਡਾ ਸਿਰਫ ਕ੍ਰਿਮੀਨਲ ਦਾ ਪ੍ਰੋਬਲਮ ਹੈ, ਉਸ ਦੇ ਵਾਸਤੇ ਵੀ ਸਾਡੀ ਪੂਰੀ ਟੀਮ ਹੈ ਜਿਸ ਦੇ ਵਿੱਚ ਅਸੀਂ ਐਕਸਪਰਟੀਜ਼ ਦੇ ਨਾਲ ਤੁਹਾਡੀ ਟਰਾਇਲ ਐਂਡ ਪਲੀ ਬਾਰਗੇਨਿੰਗ ਅਸੀਂ ਪੂਰੀ ਹੈਂਡਲ ਕਰ ਸਕਦੇ ਹਾਂ। ਸੋ ਬੇਸਿਕ ਦੇ ਤੁਹਾਨੂੰ ਮੈਂ 2 ਪ੍ਰੋਬਲਮ ਦੱਸਾਂਗੀ ਜਿਹੜੇ ਪਿਛਲੇ ਹਫਤੇ ਸਾਡੇ ਆਫਿਸ ਵਿੱਚ ਆਈ ਸੀ। ਇੱਕ ਇਨਸਾਨ ਜਿਸ ਦਾ ਕੰਡੀਸ਼ਨਲ ਗ੍ਰੀਨ ਕਾਰਡ ਹੈ, ਜਿਸ ਦੇ ਕੋਲ ਸਿਰਫ 2 ਸਾਲ ਦਾ ਗ੍ਰੀਨ ਕਾਰਡ ਹੈ, ਉਸ ਦੀ ਵੋਟੀ ਨੇ ਉਸ ਦੇ ਉੱਤੇ ਝੂਠੇ ਇਲਜ਼ਾਮ ਲਗਾ ਕੇ ਕਿਹਾ ਕਿ ਇਸ ਬੰਦੇ ਨੇ ਮੈਨੂੰ ਮਾਰਿਆ। ਉਸਨੇ ਪੁਲਿਸ ਬੁਲਾਈ, ਵਿਚਾਰੇ ਬੰਦੇ ਨੂੰ ਅਰੈਸਟ ਕੀਤਾ ਗਿਆ ਔਰ ਡੋਮੈਸਟਿਕ ਵਾਇਲੈਂਸ, ਕਿਸੇ ਨੂੰ ਇੱਕ ਚਪੇੜ ਮਾਰਨ ਦਾ, ਵੋਟੀ ਨੂੰ ਜਾਂ ਹਸਬੈਂਡ ਨੇ ਵੋਟੀ ਨੂੰ ਜਾਂ ਵੋਟੀ ਨੇ ਹਸਬੈਂਡ ਨੂੰ, ਉਸ ਨੂੰ ਡੋਮੈਸਟਿਕ ਵਾਇਲੈਂਸ ਕਹਿੰਦੇ ਨੇ। ਔਰ ਡੋਮੈਸਟਿਕ ਵਾਇਲੈਂਸ ਅਕੋਰਡਿੰਗ ਟੂ ਇਮੀਗ੍ਰੇਸ਼ਨ ਲਾਅ ਇਹੋ ਜਿਹਾ offense ਹੈ ਜਾਂ ਇਹੋ ਜਿਹੀ ਕ੍ਰਾਈਮ ਹੈ ਜਿਸ ਬੇਸ 'ਤੇ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਅਗਰ ਤੁਹਾਡੇ ਉੱਤੇ ਡੋਮੈਸਟਿਕ ਵਾਇਲੈਂਸ ਦਾ ਕੋਈ ਚਾਰਜ ਲੱਗਿਆ ਹੈ ਔਰ ਤੁਹਾਡਾ ਸਟੇਟਸ ਇਸ ਕੰਟਰੀ ਵਿੱਚ ਇਨਕੰਪਲੀਟ ਹੈ, ਅਸੀਂ ਉਸ ਬੰਦੇ ਵਾਸਤੇ ਅਸੀਂ ਕੋਰਟ ਲੈ ਕੇ ਗਏ ਸੀ, ਉਸਨੂੰ ਅਰੈਸਟ ਕੀਤਾ ਗਿਆ ਸੀ, ਉਸਦੀ ਵਿਚਾਰੇ ਦੀ ਛੋਟੀ ਬੇਬੀ ਸੀ, ਅਸੀਂ ਉਸਦੇ ਚਾਰਜਸ ਨੂੰ ਪੂਰਾ 101% ਕੰਪਲੀਟਲੀ ਡਿਸਮਿਸ ਕਰਾ ਦਿੱਤਾ। ਉਸਦਾ ਹੁਣ ਕੋਈ ਕ੍ਰਿਮੀਨਲ ਰੈਕਡ ਹੀ ਨਹੀਂ ਹੈ। ਹੁਣ ਉਸਦੀ ਵੋਟੀ ਜਿਹੜੀ ਹੈ ਉਹ ਉਸਦੇ ਨਾਲ ਉਸਦੀ ਮਦਦ ਨਹੀਂ ਕਰ ਰਹੀ ਉਸਨੂੰ ਗ੍ਰੀਨ ਕਾਰਡ ਦਿਲਾਉਣ ਦੇ ਵਿੱਚ। ਉਸਦਾ ਜਿਹੜਾ 2 ਸਾਲ ਦਾ ਗ੍ਰੀਨ ਕਾਰਡ ਹੈ ਜਿਸ ਦੇ ਵਿੱਚ ਤੁਸੀਂ ਸ਼ੋਅ ਕਰਦੇ ਹੋ ਕਿ ਮੈਂ ਹੁਣ ਵੀ ਮੈਰਿਡ ਹਾਂ, ਅਸੀਂ ਉਸ ਪ੍ਰੋਬਲਮ ਨੂੰ ਵੀ ਅਸੀਂ ਸੋਲਵ ਕਰਕੇ ਇਸ ਬੰਦੇ ਵਾਸਤੇ ਗ੍ਰੀਨ ਕਾਰਡ ਲੈ ਆਏ ਹਾਂ ਉਸਦੀ ਵੋਟੀ ਦੇ ਸਪੋਰਟ ਦੇ ਬਗੈਰ। ਹੁਣ ਅਗਰ ਤੁਸੀਂ ਕੋਈ ਔਰਤ ਹੋ ਜਿਸ ਦਾ ਹਸਬੈਂਡ ਉਸਨੂੰ ਮਾਰਦਾ ਪਿਆ ਹੈ ਔਰ ਤੁਸੀਂ ਉਸਦੇ ਕੋਲ ਤਾਂ ਕਰਕੇ ਰਹਿ ਰਹੇ ਹੋ ਕਿਉਂਕਿ ਤੁਹਾਨੂੰ ਡਰ ਹੈ ਕਿ ਮੈਨੂੰ ਗ੍ਰੀਨ ਕਾਰਡ ਨਹੀਂ ਮਿਲੇਗਾ, ਪਲੀਜ਼ ਸਾਡੇ ਆਫਿਸ ਕਾਲ ਕਰੋ। ਸਾਡੇ ਕੋਲ ਬੜੇ ਸੋਲੂਸ਼ਨਸ ਨੇ ਜਿਸ ਦੇ ਵਿੱਚ ਤੁਹਾਨੂੰ ਇਹੋ ਜਿਹੇ ਟੌਰਚਰ ਦੇ ਨਾਲ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੈ। ਅਸੀਂ ਤੁਹਾਡਾ ਕ੍ਰਿਮੀਨਲ ਸੋਲੂਸ਼ਨ ਦੇ ਸਕਦੇ ਹਾਂ, ਫਿਰ ਅਸੀਂ ਤੁਹਾਡਾ ਇਮੀਗ੍ਰੇਸ਼ਨ ਦਾ ਪ੍ਰੋਬਲਮ ਬਿਲਕੁਲ 100% ਸੋਲਵ ਕਰਕੇ ਤੁਹਾਨੂੰ ਤੁਹਾਡੇ ਹੱਥ ਗ੍ਰੀਨ ਕਾਰਡ ਲੈ ਕੇ ਦੇ ਸਕਦੇ ਹਾਂ। ਦੂਜੀ ਸਾਡੇ ਕੋਲ ਪ੍ਰੋਬਲਮ ਆਈ ਸੀ ਕਿ ਇੱਕ ਬੰਦਾ ਹੈ ਜਿਹੜਾ ਟਰੈਵਲ ਵੀਜ਼ਾ 'ਤੇ ਇੱਥੇ ਆਇਆ, ਬਿਲਕੁਲ ਇਲੀਗਲ ਹੈ, 10 ਸਾਲ ਤੋਂ ਇੱਥੇ ਰਹਿ ਰਿਹਾ ਔਰ ਕੀ ਕਹਿੰਦੇ ਨੇ ਉਸ ਬੰਦੇ ਦੇ ਦੋਸਤਾਂ ਨੇ ਉਸਨੂੰ ਆਪਣੇ ਘਰ ਬੁਲਾਇਆ ਔਰ ਉਹਨਾਂ ਨੇ ਘਰ ਵਿੱਚ ਜਾ ਕੇ ਸ਼ਰਾਬ ਪੀਤੀ ਅਤੇ ਉਹਨਾਂ ਨੇ ਕਿਸੇ ਕਿਸਮ ਦੇ ਡਰੱਗਸ ਦੇ ਕੰਮ ਦੇ ਵਿੱਚ ਉਹਨਾਂ ਦਾ ਬੇਸਮੈਂਟ ਵਿੱਚ ਕੋਈ ਕੰਮ ਚੱਲਦਾ ਪਿਆ ਸੀ ਔਰ ਉਸ ਪ੍ਰੋਬਲਮ ਕਰਕੇ ਉਹਨਾਂ ਦੇ ਘਰ ਵਿੱਚ ਇੱਕ ਛੋਟੀ ਜਿਹੀ ਅੱਗ ਲੱਗ ਗਈ ਥੱਲੇ ਬੇਸਮੈਂਟ ਦੇ ਵਿੱਚ। ਉਹ ਅੱਗ ਲੱਗਣ ਦੇ ਬਾਅਦ ਫਾਇਰ ਡਿਪਾਰਟਮੈਂਟ ਉੱਥੇ ਆਈ ਔਰ ਫਾਇਰ ਡਿਪਾਰਟਮੈਂਟ ਆਈ ਅਤੇ ਬੰਦਿਆਂ ਨੇ ਡਰ ਦੇ ਮਾਰੇ ਆਪਣੇ ਜੈਕਟ ਛੱਡੇ ਅਤੇ ਜੈਕਟਾਂ ਦੇ ਵਿੱਚ ਉਹਨਾਂ ਦੀ ਆਈਡੀਆਂ ਸੀ ਔਰ ਉਹ ਆਈਡੀਆਂ ਕਰਕੇ ਪਤਾ ਚੱਲ ਗਿਆ ਉਸ ਬੇਸਮੈਂਟ ਵਿੱਚ ਕਿਹੜੇ ਬੰਦੇ ਸੀ। ਸਾਰੇ ਬੰਦਿਆਂ ਨੂੰ ਅਰੈਸਟ ਕੀਤਾ ਗਿਆ, ਅਰੈਸਟ ਕਰਕੇ ਜੇਲ੍ਹ ਵਿੱਚ ਚਲੇ ਗਏ। ਹੁਣ ਸਾਨੂੰ ਉਨ ਬੰਦਿਆਂ ਦਾ ਕਾਲ ਆਇਆ। ਹੁਣ ਅਗਰ ਤੁਸੀਂ ਇਲੀਗਲ ਹੋ ਔਰ ਤੁਸੀਂ ਕਿਸੇ ਗਲਤ ਕੰਮ ਵਿੱਚ ਫੜੇ ਗਏ ਹੋ ਔਰ ਤੁਹਾਡਾ ਅਰੈਸਟ ਹੋ ਗਿਆ, ਹੁਣ ਕ੍ਰਿਮੀਨਲ ਅਗਰ ਸਿਰਫ ਤੁਸੀਂ ਇਲੀਗਲ ਨਾ ਹੋਣ ਤੁਹਾਨੂੰ ਕ੍ਰਿਮੀਨਲ ਕੋਰਟ ਦਾ ਜਿਹੜਾ ਪ੍ਰੋਬਲਮ ਅਸੀਂ ਤੇ ਕਾਫੀ ਆਸਾਨੀ ਨਾਲ ਸੋਲਵ ਕਰ ਸਕਦੇ ਹਾਂ। ਪਰ ਅਗਰ ਤੁਸੀਂ ਇਲੀਗਲ ਹੋ ਤੁਹਾਨੂੰ ਇੱਕ ਤੇ ਕ੍ਰਿਮੀਨਲ ਸੋਲੂਸ਼ਨ ਚਾਹੀਦਾ ਹੈ ਔਰ ਇੱਕ ਇਹੋ ਜਿਹਾ ਸੋਲੂਸ਼ਨ ਚਾਹੀਦਾ ਹੈ ਜਿਸ ਦੇ ਨਾਲ ਤੁਹਾਨੂੰ ਡਿਪੋਰਟ ਨਾ ਕੀਤਾ ਜਾਏ। ਬਿਕੋਜ਼ ਅਗਰ ਤੁਸੀਂ ਕ੍ਰਿਮੀਨਲ ਜੇਲ੍ਹ ਵਿੱਚ ਹੋ, ਉਹਨਾਂ ਨੇ ਕਿਹਾ ਤੁਸੀਂ ਜ਼ਮਾਨਤ ਪੇ ਕਰ ਲਓ, ਤੁਸੀਂ ਉੱਥੇ ਜ਼ਮਾਨਤ 'ਤੇ ਪੇ ਕਰ ਲੋਗੇ ਪਰ ਉਸੀ ਜ਼ਮਾਨਤ ਦੇ ਬਾਅਦ ਤੁਹਾਨੂੰ ਇਮੀਗ੍ਰੇਸ਼ਨ ਦੀ ਜੇਲ੍ਹ ਵਿੱਚ ਪਾਇਆ ਜਾਏਗਾ।
ਅਸੀਂ ਇਸ ਇਨਸਾਨ ਵਾਸਤੇ ਉਸਨੂੰ 1 ਹਫ਼ਤੇ ਦੇ ਵਿੱਚ ਅਸੀਂ ਉਸਦੀ ਕ੍ਰਿਮੀਨਲ ਪ੍ਰੋਬਲਮ ਤੇ ਅਸੀਂ ਸੋਲਵ ਕਰ ਦਿੱਤੀ। ਔਰ ਜਦ ਉਸ ਬੰਦੇ ਨੂੰ ਉਹਨਾਂ ਨੇ ਇਮੀਗ੍ਰੇਸ਼ਨ ਜੇਲ੍ਹ ਲੈ ਕੇ ਗਏ ਔਰ ਉਸ ਬੰਦੇ ਤੇ 2 ਬੜੇ ਵੱਡੇ ਚਾਰਜਸ ਲਗੇ ਗਏ ਸੀ, ਜਿਸ ਨੂੰ ਕਹਿੰਦੇ ਨੇ ਫੈਲਨੀ ਚਾਰਜਸ। ਉਨ ਚਾਰਜਸ ਦੇ ਬਾਵਜੂਦ ਅਸੀਂ ਉਸ ਬੰਦੇ ਨੂੰ ਇਮੀਗ੍ਰੇਸ਼ਨ ਜੇਲ੍ਹ ਤੋਂ ਵੀ ਅਸੀਂ ਕਢਾ ਦਿੱਤਾ। ਹੁਣ ਅਸੀਂ ਉਹ ਚਾਰਜਸ ਨੂੰ ਇਤਨਾ ਥੱਲੇ ਤੱਕ ਲੈ ਕੇ ਆ ਚੁੱਕੇ ਹਾਂ ਕਿ ਅਸੀਂ ਜੱਜ ਨੂੰ ਕਹਿ ਚੁੱਕੇ ਹਾਂ ਕਿ ਇਸ ਬੰਦੇ ਨੂੰ ਇਸ ਕੰਟਰੀ ਵਿੱਚੋਂ ਨਾ ਕੱਢੋ, ਕਿ ਅਗਰ ਫਿਊਚਰ ਦੇ ਵਿੱਚ ਕੋਈ ਇਮੀਗ੍ਰੇਸ਼ਨ ਦਾ ਕੋਈ ਬਿੱਲ ਆਇਆ ਤੇ ਇਸ ਬੰਦੇ ਦਾ ਜਿਹੜਾ ਰੈਕਡ ਹੈ ਇਸ ਵਕਤ ਕਲੀਨ ਹੋ ਚੁੱਕਿਆ ਹੈ। ਔਰ ਇਸ ਬੰਦੇ ਦੀ ਜਿਹੜੀ ਇਹ ਪ੍ਰੋਬਲਮ ਆਈ ਸੀ, ਇਸ ਪ੍ਰੋਬਲਮ ਕਰਕੇ ਇਸ ਨੂੰ ਫਿਊਚਰ ਵਿੱਚ ਕੋਈ ਇਮੀਗ੍ਰੇਸ਼ਨ ਪ੍ਰੋਬਲਮ ਨਹੀਂ ਆਏਗੀ। ਤੇ ਮੈਂ ਜਿਹੜੀ ਚੀਜ਼ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਅਗਰ ਤੁਸੀਂ ਕੋਈ ਕ੍ਰਿਮੀਨਲ ਪ੍ਰੋਬਲਮ ਦੇ ਵਿੱਚ ਫਸੇ ਹੋਏ ਹੋ, ਤੁਸੀਂ ਟੈਕਸੀ ਡਰਾਈਵ ਕਰਦੇ ਹੋ, ਤੁਸੀਂ ਪੀ ਕੇ ਗੱਡੀ ਚਲਾ ਰਹੇ ਸੀ, ਜੋ ਵੀ ਹੈ, ਸਾਡੇ ਕੋਲ ਇਹੋ ਜਿਹੇ ਸੋਲੂਸ਼ਨਸ ਨੇ ਜਿਹੜੀ ਅਸੀਂ ਤੁਹਾਡੀ ਕ੍ਰਿਮੀਨਲ ਪ੍ਰੋਬਲਮ ਨੂੰ ਸੋਲਵ ਕਰਕੇ ਉਸਨੂੰ ਉਸ ਚਾਰਜ ਤੱਕ ਲੈ ਕੇ ਆ ਸਕਦੇ ਹਾਂ ਕਿ ਤੁਹਾਡੀ ਜ਼ਿੰਦਗੀ ਤੇ ਕੋਈ ਇੰਪੈਕਟ ਨਾ ਆਵੇ। ਅਗਰ ਤੁਹਾਡਾ ਲਾਇਸੈਂਸ ਤੁਹਾਡੇ ਤੋਂ ਹੱਥੋਂ ਚਲਾ ਗਿਆ, TLC ਲਾਇਸੈਂਸ ਜਿਸ ਨੂੰ ਕਹਿੰਦੇ ਨੇ, ਅਸੀਂ ਨੈਗੋਸ਼ੀਏਸ਼ਨ ਕਰਕੇ ਤੁਹਾਡਾ ਲਾਇਸੈਂਸ ਤੁਹਾਨੂੰ ਵਾਪਸ ਦੇ ਸਕਦੇ ਹਾਂ। ਔਰ ਮੇਨ ਅਸੀਂ ਤੁਹਾਡੀ ਡੀਪੋਰਟੇਸ਼ਨ ਨੂੰ ਰੁਕਾ ਸਕਦੇ ਹਾਂ ਔਰ ਅਸੀਂ ਉਸ ਪੁਆਇੰਟ ਤੱਕ ਉਸ ਪ੍ਰੋਬਲਮ ਨੂੰ ਨਹੀਂ ਪਹੁੰਚਣ ਦੇਵਾਂਗੇ। ਅਗਰ ਤੁਹਾਡਾ ਕੋਈ ਰਿਲੇਟਿਵ ਆਪਣਾ ਜੇਲ੍ਹ ਦੇ ਵਿੱਚ ਬੈਠਿਆ ਹੋਇਆ ਔਰ ਤੁਸੀਂ ਡਰ ਦੇ ਮਾਰੇ ਉਸਨੂੰ ਜੇਲ੍ਹ ਤੋਂ ਕੱਢਣ ਵਿੱਚ ਡਰਦੇ ਪਏ ਹੋ ਕਿ ਉਸਨੂੰ ਇਮੀਗ੍ਰੇਸ਼ਨ ਜੇਲ੍ਹ ਵਿੱਚ ਨਾ ਪਹੁੰਚਾਇਆ ਜਾਏ, ਉਸ ਪ੍ਰੋਬਲਮ ਨੂੰ ਕਿਸ ਤਰ੍ਹਾਂ ਸੋਲਵ ਕਰੀਦਾ, ਸਾਡੇ ਕੋਲ ਸੋਲੂਸ਼ਨਸ ਹੈ ਨੇ। ਤੇ ਪਲੀਜ਼ ਕਾਲ ਅਸ ਔਰ ਇਸ ਸੋਲੂਸ਼ਨਸ ਦੇ ਬਾਰੇ ਜਾਣੋ। ਅਗਰ ਤੁਸੀਂ ਕੋਈ ਸਰਦਾਰ ਹੋ ਜਿਹੜਾ ਅਫਗਾਨਿਸਤਾਨ ਤੋਂ ਆ ਕੇ ਇੱਥੇ ਆਇਆ ਹੋਇਆ ਹੈ ਜਾਂ ਅਫਗਾਨਿਸਤਾਨ ਤੋਂ ਲੈ ਕੇ ਪਾਕਿਸਤਾਨ ਤੋਂ ਫਿਰ ਤੋਂ ਇੱਥੇ ਆਇਆ ਔਰ ਤੁਸੀਂ ਸੋਚਦੇ ਪਏ ਕਿ ਮੈਂ ਕਿਸ ਤਰ੍ਹਾਂ ਗ੍ਰੀਨ ਕਾਰਡ ਪਾਵਾਂ, ਤੇ ਪਲੀਜ਼ ਕਾਲ ਅਸ ਅਗੇਨ। ਸਾਡੇ ਕੋਲ ਕਾਫੀ ਰਿਸਰਚ ਹੈ ਜਿਸ ਦੇ ਨਾਲ ਉਸ ਬੇਸ ਤੇ ਅਸੀਂ ਤੁਹਾਨੂੰ ਗ੍ਰੀਨ ਕਾਰਡ ਲੈ ਕੇ ਦੇ ਸਕਦੇ ਹਾਂ। 2013 ਖਤਮ ਹੁੰਦਾ ਪਿਆ, 2014 ਨੂੰ ਠੀਕ ਤਰੀਕੇ ਨਾਲ ਚਾਲੂ ਕਰੋ। ਤੁਹਾਡੀ ਆਪਣੀ ਪ੍ਰੋਬਲਮਸ ਨੂੰ ਮੁਕਾਓ, ਕੋਈ ਫਾਈਨੈਂਸ਼ੀਅਲ ਪ੍ਰੋਬਲਮ, ਇਮੀਗ੍ਰੇਸ਼ਨ ਪ੍ਰੋਬਲਮ, ਕ੍ਰਿਮੀਨਲ ਪ੍ਰੋਬਲਮ, ਮੈਟਰੀਮੋਨੀਅਲ, ਔਰ 2014 ਨੂੰ ਇੱਕ ਠੀਕ ਤਰੀਕੇ ਨਾਲ ਚਾਲੂ ਕਰੋ। ਤੇ ਪਲੀਜ਼ ਕਾਲ ਆਰ ਆਫਿਸਿਸ ਜਾਂ ਸਾਡੀ ਵੈਬਸਾਈਟ ਵਿਜ਼ਿਟ ਕਰੋ hora.wzslaw.com ਔਰ ਸਾਡੇ ਨਿਊ ਆਫਿਸਿਸ ਵਿੱਚ ਆ ਕੇ ਸਾਨੂੰ ਵੈਲਕਮ ਕਰੋ ਰਿਚਮੰਡ ਹਿੱਲ ਦੇ ਵਿੱਚ 118-01 ਅਟਲਾਂਟਿਕ ਐਵਨਿਊ। ਤੇ ਸਾਨੂੰ ਗੁਰਦੁਆਰਿਆਂ ਵਿੱਚ ਆ ਕੇ ਮਿਲੋ, ਸਾਡੇ ਸੈਮੀਨਾਰ ਟੇਬਲਸ ਤੇ ਤੁਸੀਂ ਆ ਕੇ ਕੁਐਸਚਨਸ ਪੁੱਛੋ। ਐਜ਼ ਯੂਜੂਅਲ ਥੈਂਕ ਯੂ ਮੇਰੀ ਗੱਲਾਂ ਸੁਣਨ ਦੇ ਵਾਸਤੇ ਔਰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।